ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਪਾਵਨ ਅੰਗ 358 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਜਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਕਲਿਆਣ ਚੰਦ ਜੀ ਅਕਾਲ ਚਲਾਣਾ ਕਰ ਗਏ, ਉਸ ਵੇਲੇ ਕੁਝ ਲੋਕਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਕਿ ਕਲਿਆਣ ਚੰਦ ਜੀ ਦੇ ਪ੍ਰਥਾਏ ਕੁਝ ਕਿਰਿਆ ਕਰਮ ਕਰਵਾਓ। ਤਾਂ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ। ਸੋ ਇਸ ਦੀਆਂ ਹੋਰ ਵੀ ਦੋ ਉਥਾਨਕਾਂ ਮੰਨੀਆਂ ਹਨ। ਦੂਸਰੀ ਉਥਾਨਕ ਇਸ ਦੀ ਇਹ ਹੈ, ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਿਹਾਰ ਦੇਸ਼ ਵਿੱਚ ਪਟਨੇ ਦੇ ਇਲਾਕੇ ਫਲਗੂ ਨਦੀ ਦੇ ਕਿਨਾਰੇ ਗਿਆ ਤੀਰਥ ਉੱਪਰ ਪਹੁੰਚੇ ਤਾਂ ਪੰਡੇ ਆਪਣੇ ਪਿਤਰਾਂ ਦੀ ਗਤੀ ਲਈ ਪਿੰਡ ਭਰਦੇ ਸਨ। ਉਹਨਾਂ ਨੂੰ ਉਪਦੇਸ਼ ਦੇਣ ਲਈ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ। ਤੀਸਰੀ ਇਸ ਦੀ ਉਥਾਨਕਾ ਇਹ ਵੀ ਹੈ, ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਲੱਗੇ ਤਾਂ ਸਤਿਗੁਰਾਂ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕਿਹੋ ਜਿਹੀ ਕਿਰਿਆ ਕਰੀਏ। ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦੇ ਪ੍ਰਥਾਏ ਜੋਤੀ ਜੋਤ ਸਮਾਉਣ ਵੇਲੇ ਦੀ ਕਿਰਿਆ ਕਰਨ ਬਾਰੇ ਉਪਦੇਸ਼ ਬਖਸ਼ਿਆ। ਆਸਾ ਮਹੱਲਾ ਪਹਿਲਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਹੇ ਭਾਈ, ਜਿਸ ਪ੍ਰਕਾਰ ਮਰਨ ਵੇਲੇ ਆਦਮੀ ਕੋਲ ਦੀਵਾ ਜਗਾ ਕੇ ਰੱਖਦੇ ਆ ਕਿ ਪਰਲੋਕ ਦੇ ਰਸਤੇ ਵਿੱਚ ਚਾਨਣ ਹੋਵੇ, ਪਰੰਤੂ ਸਾਡਾ ਤਾਂ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੀ ਦੀਵਾ ਹੈ ਅਤੇ ਜੰਮਣ ਮਰਨ ਦੇ ਦੁੱਖ ਕਸ਼ਟਾਂ ਦੀ ਨਿਵਰਤੀ ਰੂਪੀ ਇਸ ਵਿੱਚ ਤੇਲ ਪਾਉਣਾ ਕੀਤਾ ਹੈ। ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਓ ਮੇਲ। ਉਸ ਪਰਮੇਸ਼ਰ ਦੇ ਨਾਮ ਰੂਪੀ ਦੀਵੇ ਦੇ ਚਾਨਣ ਪ੍ਰਕਾਸ਼ ਨੇ ਉਸ ਜੰਮਣ ਮਰਨ ਦੇ ਦੁੱਖ ਰੂਪੀ ਤੇਲ ਨੂੰ ਸੋਖ ਲਿਆ ਹੈ ਅਤੇ ਜਮਦੂਤਾਂ ਦੇ ਨਾਲ ਮਿਲਾਪ ਹੋਣਾ ਸੀ, ਉਹ ਵੀ ਚੂਕਾ ਚੁੱਕਿਆ ਗਿਆ ਹੈ, ਭਾਵ ਜਮ ਨੇੜੇ ਵੀ ਨਹੀਂ ਆ ਸਕਣਗੇ। ਸੋ ਸ੍ਰੀ ਚੰਦ ਜੀ ਕਹਿਣ ਲੱਗੇ ਕਿ ਮਹਾਰਾਜ, ਲੋਕ ਕਹਿੰਦੇ ਹਨ ਕਿ ਇਸ ਤਰ੍ਹਾਂ ਕਿਰਿਆ ਕਰਨੀ ਚਾਹੀਦੀ ਹੈ, ਪਿੰਡ ਭਰਨੇ ਆਦਿ। ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਲੋਕਾ ਮਤ ਕੋ ਫੱਕੜ ਪਾਏ। ਇਹ ਦੁਨੀਆ ਦੇ ਲੋਕੋ, ਮਤਾਂ ਕੋਈ ਫੱਕੜ ਫਜ਼ੂਲ ਤਾਈਆਂ ਵਿੱਚ ਪੈਣਾ ਕਰੇ, ਆਪਣੇ ਜਾਤੀ ਬਮਾਨ ਦੀ ਫੱਕੜ ਪਕੜ ਵਿੱਚ ਮਤਾਂ ਕੋਈ ਪਾਉਣਾ ਕਰੋ। ਲੱਖ ਮੜਿਆ ਕਰ ਏਕਠੇ, ਏਕ ਰਤੀ ਲੈ ਪਾਹੇ ਰਹਾਉ। ਜੇਕਰ ਲੱਖਾਂ ਹੀ ਮੜਿਆ ਹੁੰਦਾ ਲੱਕੜਾਂ ਦੇ ਢੇਰਾਂ ਨੂੰ ਇਕੱਠਾ ਕਰਕੇ ਰੱਖ ਲਈਏ ਤੇ ਇੱਕ ਰਤੀ ਭਾਵ ਪੋਲਾ ਬੋਲਣਾ, ਰਤੀ ਭਾਵ ਥੋੜ੍ਹੀ ਜਿਹੀ ਭਾਹੇ ਅਗਨੀ ਲੈ ਕਰਕੇ ਲਾ ਦਈਏ ਤਾਂ ਸਭ ਸੁਆਹ ਹੋ ਜਾਂਦੀਆਂ। ਇਸੇ ਪ੍ਰਕਾਰ ਲੱਖਾਂ ਜਨਮਾਂ ਦੇ ਕੀਤੇ ਹੋਏ ਪਾਪ ਕਰਮ ਲੱਕੜਾਂ ਦੇ ਢੇਰ ਦੀ ਨਿਆਈ ਇਕੱਠੇ ਹੋਏ ਪਏ ਹਨ ਤੇ ਰਤੀ ਕਾਲ ਜੋ ਪਰਮੇਸ਼ਰ ਦੇ ਨਾਮ ਜਪਣ ਰੂਪ ਅਗਨੀ ਨਾਲ ਸਾਰੇ ਹੀ ਦਗਧ ਹੋ ਜਾਂਦੇ। ਤੁਸੀਂ ਸਿਰਫ ਸਰੀਰ ਦਾ ਸੰਸਕਾਰ ਹੀ ਕਰਨਾ ਹੈ, ਹੋਰ ਕਿਸੇ ਪਖੰਡ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਪਿੰਡ ਪਤਲ ਮੇਰੀ ਕੇਸਉ ਕਿਰਿਆ, ਸੱਚ ਨਾਮ ਕਰਤਾਰ। ਜਿਹੜਾ ਕੇਸਵ ਪਰਮੇਸ਼ਰ ਦਾ ਨਾਮ ਉਚਾਰਨਾ ਹੈ, ਇਹ ਸਾਡੇ ਪਿੰਡ ਭਰਾਉਣੇ ਹਨ। ਜੋ ਸੱਚੇ ਨਾਮ ਦਾ ਜਪਣਾ ਹੈ, ਇਹ ਪਤਲਾਂ ਦੇਣੀਆਂ ਹਨ ਅਤੇ ਜੋ ਕਰਤਾਰ ਵਾਹਿਗੁਰੂ ਵਾਹਿਗੁਰੂ ਉਚਾਰਨਾ ਹੈ, ਇਹ ਮੇਰੀ ਕਹੀਏ ਸਾਡੀ ਕਿਰਿਆ ਹੈ। ਐਥੈ ਓਥੈ ਆਗੈ ਪਾਛੈ, ਇਹ ਮੇਰਾ ਆਧਾਰ। ਐਥੈ ਇਸ ਲੋਕ ਵਿੱਚ, ਓਥੈ ਪਰਲੋਕ ਵਿੱਚ, ਆਗੈ ਅੱਗੇ ਪਿੱਛੇ, ਪਿੱਛੇ ਇਸ ਲੋਕ ਵਿੱਚ ਅਤੇ ਅੱਗੇ ਪਰਲੋਕ ਵਿੱਚ ਸਾਡਾ ਤਾਂ ਇੱਕੋ ਇਹੋ ਨਾਮ ਹੀ ਆਧਾਰ ਆਸਰਾ ਹੈ। ਗੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਉ। ਗੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਉ।
हे ਪਰਮੇਸ਼ਰ, ਜਿਹੜੀ ਤੁਹਾਡੀ ਸਿਫਤ ਉਸਤਤੀ ਕਰਨੀ ਹੈ, ਇਹੋ ਹੀ ਸਾਡੀ ਗੰਗਾ ਨਦੀ ਅਤੇ ਬਨਾਰਸ ਕਾਂਚੀ ਹੈ। ਜਿਹੜੀ ਆਤਮ ਸਰੂਪ ਦੀ ਪ੍ਰਾਪਤੀ ਕਰਨੀ ਹੈ, ਇਹੋ ਹੀ ਇਹਨਾਂ ਨਦੀਆਂ 'ਤੇ ਸਾਡਾ ਨਹਾਵੈ ਇਸ਼ਨਾਨ ਕਰਨਾ ਹੈ। ਸੱਚਾ ਨਹਾਵਣ ਤਾਂ ਥੀਐ, ਜਾਂ ਅਹਨਿਸ ਲਾਗੈ ਭਾਉ। ਸੱਚਾ ਇਸ਼ਨਾਨ ਤਦੋਂ ਹੀ ਹੁੰਦਾ ਜਦੋਂ ਅਹਨਿਸ ਰਾਤ ਦਿਨੇ ਪਰਮੇਸ਼ਰ ਵਿੱਚ ਭਾਉ ਪ੍ਰੇਮ ਲੱਗ ਜਾਵੇ। ਇੱਕ ਲੋਕੀ ਹੋਰ ਸਮਿਛਰੀ, ਇੱਕ ਲੋਕੀ ਹੋਰ ਸ਼ਮਛਰੀ, ਬ੍ਰਾਹਮਣ ਵਟ ਪਿੰਡ ਖਾਏ। ਇੱਕ ਤਾਂ ਲੋਕੀ ਦੇਵਤਿਆਂ ਦੇ ਨਿਮਿਤ ਪਿੰਡ ਭਰਾਉਂਦੇ ਹਨ, ਅਤੇ ਇੱਕ ਹੋਰ ਸ਼ਮਸ਼ਰੀ ਪਿੱਤਰਾਂ ਦੇ ਨਿਮਿਤ ਸ਼ਰਧਾ ਕਰਦੇ ਆ। ਇੱਕ ਤਾਂ ਲੋਕੀ ਜੂਨਾਂ ਵਿੱਚ ਪਿਆਂ ਦੇ ਨਿਮਿਤ ਸ਼ਰਾਧ ਕਰਦੇ ਹਨ ਕਿ ਉਹ ਦੇਵ ਦੇਹੀ ਨੂੰ ਪ੍ਰਾਪਤ ਹੋ ਜਾਣ, ਅਤੇ ਇੱਕ ਹੋਰ ਸ਼ਮਸ਼ਰੀ ਸ਼ਮ ਧਰਤੀ ਦੇ ਉੱਪਰ ਜਵਾਂ ਦੇ ਆਟੇ ਦੇ ਪੇੜੇ ਬਣਾ ਕੇ ਸ਼ਰੀ ਅੱਡ ਛੱਡ ਆਉਂਦੇ ਆ। ਅਤੇ ਬ੍ਰਾਹਮਣ ਪੰਡਤ ਲੋਕ ਸ਼ਰਾਧ ਵਿੱਚ ਜੌਆਂ ਦੇ ਆਟੇ ਆਦਿ ਦੇ ਬਣੇ ਹੋਏ ਪੇੜੇ ਵੱਟ ਕੇ ਖਾ ਜਾਂਦੇ ਹਨ। ਅਰਥਾਤ ਉਹ ਬ੍ਰਾਹਮਣ ਸ਼ਰਾਧਾਂ ਤੋਂ ਲੱਡੂ ਪੇੜੇ ਖਾ ਕੇ ਕੁਝ ਚਿਰ ਬਾਅਦ ਭੁੱਖੇ ਹੋ ਜਾਂਦੇ। ਫਿਰ ਉਹ ਜਿਨ੍ਹਾਂ ਦੇ ਨਿਮਿਤ ਸ਼ਰਾਧ ਕੀਤੇ ਹਨ, ਉਹ ਕਿਤਨੇ ਕੁ ਰੱਜਣਗੇ। ਇਸ ਪ੍ਰਕਾਰ ਹੀ ਭਾਈ, ਐਵੇਂ ਵਿਅਰਥ ਹੀ ਕਿਸੇ ਵਹਿਮ ਭਰਮ ਵਿੱਚ ਨਹੀਂ ਪੈਣਾ। ਬ੍ਰਾਹਮਣਾਂ ਦਾ ਖਾਧਾ ਹੋਇਆ ਭੋਜਨ ਮੁਰਦਿਆਂ ਨੂੰ ਨਹੀਂ ਮਿਲਦਾ। ਜਿਵੇਂ ਦੁਨੀ ਚੰਦ ਨੇ ਲਾਹੌਰ ਵਿੱਚ ਆਪਣੇ ਪਿਤਾ ਦੇ ਨਿਮਿਤ ਸ਼ਰਾਧ ਕਰਾਇਆ ਸੀ, ਅਤੇ ਸਾਰੇ ਬ੍ਰਾਹਮਣਾਂ ਨੇ ਪੇਟ ਭਰ ਭਰ ਕੇ ਭੋਜਨ ਛਕਿਆ ਸੀ, ਪਰੰਤੂ ਉਸ ਦਾ ਪਿਤਾ ਬਘਿਆੜ ਦੀ ਜੂਨ ਵਿੱਚ ਪਿਆ ਹੋਇਆ 3 ਦਿਨਾਂ ਦਾ ਭੁੱਖਾ ਹੀ ਬੈਠਾ ਸੀ। ਨਾਨਕ ਪਿੰਡ ਬਖਸ਼ੀਸ ਕਾ ਕਬਹੂ ਨਿਖੂਟਸ ਨਾਹੇ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਭਾਈ, ਅਸੀਂ ਤਾਂ ਪਰਮੇਸ਼ਰ ਦੀ ਨਾਮ ਰੂਪ ਬਖਸ਼ਿਸ਼ ਦਾਤ ਦਾ ਹੀ ਪਿੰਡ ਭਰਾਇਆ ਹੋਇਆ, ਜੋ ਕਦੇ ਵੀ ਨਿਖੂਟਸ ਮੁੱਕਣ ਵਾਲਾ ਨਹੀਂ ਹੈ। ਆਸਾ ਘਰ ਚੌਥਾ ਮਹੱਲਾ ਪਹਿਲਾ। ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਨਾਲ ਬੀਆਬਾਨ ਜੰਗਲ ਵਿੱਚ ਜਾ ਬੈਠੇ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ, ਆਪ ਉਜਾੜਾਂ ਵਿੱਚ ਹੀ ਵਿਚਰਦੇ ਫਿਰਦੇ ਹੋ, ਕਦੇ ਸੁੰਦਰ ਸ਼ਹਿਰਾਂ ਬਸਤੀਆਂ ਵਿੱਚ ਵੀ ਚਲੇ ਜਾਇਆ ਕਰੋ। ਸੁਣ ਕੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਮਰਦਾਨਾ ਜੀ, ਇੱਥੇ ਜਿੱਥੇ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਰਹਿੰਦੇ, ਉਹ ਉਜਾੜਾਂ ਨਹੀਂ ਹੁੰਦੀਆਂ, ਸਗੋਂ ਵਸਦੇ ਹੋਏ ਸ਼ਹਿਰ ਹਨ। ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਅਸਲ ਵਿੱਚ ਉਹੀ ਉਜਾੜਾਂ ਹਨ। ਇਉਂ ਉਪਦੇਸ਼ ਦੇ ਕੇ ਭਾਈ ਮਰਦਾਨਾ ਜੀ ਤੋਂ ਰਬਾਬ ਵਜਵਾ ਕੇ ਆਸਾ ਰਾਗ ਦੇ ਚੌਥੇ ਸੁਰ ਤਾਲ ਘਰ ਵਿੱਚ ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰਦੇ ਹੋਏ ਪਹਿਲਾਂ ਮੰਗਲ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਜੋ ਪ੍ਰਕਾਸ਼ਕ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ। ਦੇਵਤਿਆਂ ਦਰਸ਼ਨ ਕਹਿ ਤਾਈ, ਦੁਖ ਭੂਖ ਤੀਰਥ ਕੀਏ। ਦੇਵਤਿਆਂ ਕਹੀਏ ਸਵਰਗ ਵਿੱਚ ਨਿਵਾਸ ਰੱਖਣ ਵਾਲੇ ਸੁਰਾਂ ਨੇ ਵੀ ਪਰਮੇਸ਼ਰ ਦੇ ਦਰਸ਼ਨ ਦੀਦਾਰ ਤਾਈਂ ਕਹੀਏ ਵਾਸਤੇ ਕਈ ਪ੍ਰਕਾਰ ਦੇ ਦੁੱਖ ਕਸ਼ਟ ਅਤੇ ਭੂਖ ਭੁੱਖਾਂ ਸਹਾਰਨੀਆਂ ਕੀਤੀਆਂ, ਜਿੱਥੋਂ ਉਹਨਾਂ ਦੇ ਨਾਮ ਤੋਂ ਤੀਰਥ ਪ੍ਰਗਟ ਕੀਤੇ ਹਨ। ਤੀਰਥਾਂ ਉੱਪਰ ਦੁੱਖ ਭੁੱਖ ਸਹਾਰਨਾ ਕੀਤੇ ਹਨ। ਜੋਗੀ ਜਤੀ ਜੁਗਤ ਮਹਿ ਰਹਤੇ, ਕਰ ਕਰ ਭਗਵੇ ਭੇਖ ਪਏ। ਜੋਗੀ ਗੋਰਖਨਾਥ ਦੇ ਮੱਤ ਵਾਲੇ ਜਤੀ ਜਤਧਾਰੀ ਹਨੂਮਾਨ ਲਛਮਣ ਆਦਿਕ ਪਰਮੇਸ਼ਰ ਦੇ ਪ੍ਰੇਮ ਦੀ ਜੁਗਤੀ ਵਿੱਚ ਰਹਿੰਦੇ ਰਹੇ। ਮਿਹਨਤਾਂ ਕਰਕੇ ਸਾਧਨ ਕਰਕੇ ਭਗਵੇ ਗੇਰੂ ਰੰਗੇ ਲਿਬਾਸ ਵਿੱਚ ਹੋ ਗਏ। ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕਈ ਭਗਵੇਂ ਕੱਪੜਿਆਂ ਦੇ ਸਹਿਤ ਹੋ ਗਏ। ਤਉ ਕਾਰਨ ਸਾਹਿਬਾ ਰੰਗ ਰਤੇ। ਹੇ ਮੇਰੇ ਸਾਹਿਬਾ ਮਾਲਕਾ, ਤਉ ਕਹੀਏ ਤੇਰੀ ਪ੍ਰਾਪਤੀ ਦੇ ਕਾਰਨ ਵਾਸਤੇ ਅਸੀਂ ਵੀ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਹਾਂ। ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨ ਜਾਹੀ ਤੇਰੇ ਗੁਣ ਕੇਤੇ ਰਹਾਉ। ਹੇ ਪਰਮੇਸ਼ਰ, ਤੁਹਾਡੇ ਨਾਮ ਵੀ ਅਨੇਕਾਂ ਬੇਅੰਤ ਹਨ, ਤੁਹਾਡੇ ਸਰੂਪ ਵੀ ਅਨੰਤਾ ਅਣਗਿਣਤ ਹਨ। ਤੁਹਾਡੇ ਵਿੱਚ ਸਿਫਤਾਂ ਕਿਤਨੀਆਂ ਹਨ, ਇਹ ਵੀ ਕਹਿਣ ਕਹੀਆਂ ਨਹੀਂ ਜਾਂਦੀਆਂ ਰਹਾਉ। ਦਰ ਘਰ ਮਹਿਲਾ ਹਸਤੀ ਘੋੜੇ ਛੋੜ ਵਿਲਾਇਤ ਦੇਸ ਗਏ।
ਜਿਨ੍ਹਾਂ ਦੇ ਸੋਹਣੇ ਦਰ ਦਰਵਾਜ਼ਿਆਂ ਵਾਲੇ ਪੱਕੇ ਘਰ ਬਣੇ ਹੋਏ ਸਨ। ਮਹਿਲਾ ਸ਼ੀਸ਼ ਮਹੱਲ ਸੁੰਦਰ ਮਹਿਲਾ ਇਸਤਰੀਆਂ ਸਨ ਅਤੇ ਹਸਤੀ ਹਾਥੀ ਘੋੜੇ ਆਦਿ ਦੀਆਂ ਸਵਾਰੀਆਂ ਜਾਂ ਫੌਜਾਂ ਸਨ। ਉਹ ਵਿਲਾਇਤ ਵਸੀ ਹੋਈ ਪ੍ਰਿਥਵੀ ਦੇ ਖੰਡ ਅਤੇ ਦੇਸ਼ ਆਦਿਕਾਂ ਨੂੰ ਛੱਡ ਕਰਕੇ ਜੰਗਲਾਂ ਵਿੱਚ ਤਪ ਕਰਨ ਲਈ ਚਲੇ ਗਏ। ਪੀਰ ਪੇਕਾਂਬਰ ਸਾਲਕ ਸਾਧਕ ਛੋਡੀ ਦੁਨੀਆ ਥਾਏ ਪਏ। ਪੀਰ ਹੁੰਦਾ ਮੁਸਲਮਾਨਾਂ ਦੇ ਗੁਰੂ, ਪੇਕਾਂਬਰ ਈਸ਼ਵਰ ਦਾ ਸੁਨੇਹਾ ਲੋਕਾਂ ਪਾਸ ਲਿਆਉਣ ਵਾਲਾ, ਜਿਸ ਨੂੰ ਪੈਗੰਬਰ ਵੀ ਕਹਿ ਦਿੰਦੇ, ਜਿਨ੍ਹਾਂ ਨੂੰ ਆਕਾਸ਼ੀ ਪੈਗਾਮ ਆਇਆ ਹੈ। ਸਾਲਕ ਹੁੰਦਾ ਪਰਮੇਸ਼ਰ ਦੇ ਰਸਤੇ ਉੱਪਰ ਚੱਲਣ ਵਾਲਾ ਗਿਆਨਵਾਨ। ਸਾਧਕ ਹੁੰਦਾ ਸਿਦਕ ਰੱਖਣ ਵਾਲਾ, ਸ਼ਰਧਾਵਾਨ ਜਗਿਆਸੂ ਆਦਿਕਾਂ ਵਿੱਚੋਂ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦੁਨੀਆ ਮਾਇਆ ਨੂੰ ਛੱਡ ਤਿਆਗ ਦਿੱਤਾ ਹੈ। ਉਹੀ ਥਾਏ ਪਏ ਥਾਂ ਪਏ ਹਨ, ਪ੍ਰਵਾਨਿਕ ਹੋਏ ਹਨ। ਇਹਨਾਂ ਨੇ ਤੇਰੇ ਦਰ 'ਤੇ ਥਾਏ ਪਏ ਕਬੂਲ ਹੋਣ ਲਈ ਦੁਨੀਆ ਮਾਇਆ ਛੋਡੀ ਕੀਏ ਛੱਡੀ ਹੋਈ ਆ। ਸਾਧ ਸਹਿਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ। ਕਈਆਂ ਨੇ ਵਿਰਾਗਵਾਨ ਹੋ ਕਰਕੇ ਸੁਤੇ ਸਿੱਧ ਹੀ ਪਦਾਰਥਾਂ ਦੇ ਸਵਾਦ ਸੁਖ ਆਨੰਦ ਰਸ ਕਸ ਕਸ਼ੀਸ਼ ਦੇ ਕੇ ਕੱਢਿਆ ਹੋਇਆ ਸ਼ਰਾਬ ਆਦਿ ਦਾ ਰਸ ਸਭ ਕੁਝ ਹੀ ਛੱਡ ਦਿੱਤਾ ਹੈ। ਕਾਪੜ ਕੱਪੜੇ ਵੀ ਪਹਿਨਣੇ ਛੱਡ ਦਿੱਤੇ, ਚਮੜ ਚਮੜਾ ਹੀ ਲੀਏ ਲਈ ਫਿਰਦੇ ਆ। ਲੱਕ ਦੇ ਦੁਆਲੇ ਮਿਰਗਸ਼ਾਲਾ ਆਦਿ ਬੰਨੀ ਫਿਰਦੇ, ਚਮੜ ਪੋਸ਼ੀ ਬਣੇ ਫਿਰਦੇ ਹਨ। ਕੱਪੜੇ ਤਿਆਗ ਕੇ ਅਲਫ ਨਗਨ ਹੋ ਕੇ ਸਰੀਰ ਰੂਪੀ ਚਮੜਾ ਹੀ ਲਈ ਫਿਰਦੇ ਆ। ਦੁਖੀਏ ਦਰਦ ਵੰਦ ਦਰ ਤੇਰਾ ਨਾਮ ਰਤੇ ਦਰਵੇਸ ਭਏ। ਹੇ ਦੁਖੀਏ, ਦੁਖੀਆਂ ਦੇ ਦਰਦਵੰਦ ਦਰਦਾਂ ਨੂੰ ਜਾਣਨ ਵਾਲੇ ਵਾਹਿਗੁਰੂ ਪਰਮੇਸ਼ਰ ਜੀ, ਜੋ ਸੰਸਾਰ ਵੱਲੋਂ ਦੁਖੀ ਹੋ ਕੇ ਸੰਸਾਰ ਨੂੰ ਦੁੱਖ ਰੂਪ ਜਾਣ ਕੇ ਤੁਹਾਡੇ ਸਤਸੰਗਤ ਰੂਪੀ ਦੁਆਰੇ 'ਤੇ ਪਏ ਹਨ, ਉਹ ਨਾਮ ਵਿੱਚ ਰੰਗੇ ਹੋਏ ਦਰਵੇਸ਼ ਫਕੀਰ ਹੋਏ ਆ। ਖੱਲੜੀ ਖੱਪਰੀ ਲੱਕੜੀ ਚਮੜੀ ਸਿਖਾ ਸੂਦ ਧੋਤੀ ਕੀਨੀ। ਕਈਆਂ ਨੇ ਹਿਰਨ ਦੀ ਖੱਲੜੀ ਚਮੜੀ ਭਾਵ ਮਿਰਗਾਨ ਲੈ ਲਈ। ਕਈ ਖੱਪਰੀ ਭਿੱਖਿਆ ਮੰਗਣ ਦੀ ਚਿੱਪੀ ਰੱਖਣ ਵਾਲੇ ਹੋ ਗਏ। ਕਈ ਲੱਕੜੀ ਸੋਟੀ ਰੱਖਣ ਵਾਲੇ ਭਾਵ ਤਰਦੰਡੀ ਬਣ ਗਏ। ਕਈਆਂ ਨੇ ਚਮੜੀ ਤੁਚਾ ਹੀ ਸੁਕਾ ਲਈ। ਕਈਆਂ ਨੇ ਸਿਖਾ ਚੋਟੀ ਭਾਵ ਬੋਧੀ ਸੂਤ ਜਨੇਊ ਅਤੇ ਧੋਤੀ ਧਾਰਨ ਕੀਨੀ ਕਹੀਏ ਕਰ ਲਈ ਭਾਵ ਬ੍ਰਹਮਚਾਰੀ ਬਣ ਗਏ। ਤੂੰ ਸਾਹਿਬ ਹਉ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਹੇ ਪਰਮੇਸ਼ਰ ਜੀ, ਤੂੰ ਸਾਰਿਆਂ ਦਾ ਸਾਹਿਬ ਮਾਲਕ ਹੈ। ਇਹਨਾਂ ਸਾਰਿਆਂ ਨੇ ਤੇਰੇ ਮਿਲਣ ਵਾਸਤੇ ਸਵਾਂਗ ਧਾਰੇ ਹਨ ਕਿ ਅਸੀਂ ਤੈਨੂੰ ਮਿਲ ਪਈਏ। ਇਸੇ ਪ੍ਰਕਾਰ ਮੈਂ ਵੀ ਤੇਰਾ ਤੁਹਾਡਾ ਸਾਬਤ ਸੂਰਤ ਰੱਖਣ ਰੂਪ, ਭਾਣਾ ਮੰਨਣ ਰੂਪ, ਭਗਤੀ ਕਰਨ ਰੂਪ ਸਾਂਗੀ ਕਹੀਏ ਸਵਾਂਗ ਧਾਰੀ ਹਾਂ। ਤੇਰੇ ਲਈ ਤੇਰੇ ਤਾਈਂ ਸਾਡੀ ਪ੍ਰਣਵੈ ਨਮਸਕਾਰ ਹੈ। ਤੇਰੀ ਜਾਤ ਜਾਤ ਕੈਸੀ ਕਿਹੋ ਜਿਹੀ ਹੈ, ਭਾਵ ਕੋਈ ਜਾਤ ਨਹੀਂ ਤੇਰੀ ਜੋ ਤੇਰੇ ਨਾਮ ਵਿੱਚ ਰੰਗੇ ਹੋਏ ਹਨ। ਉਹਨਾਂ ਦੀ ਜਾਤੀ ਕਿਹੋ ਜਿਹੀ ਹੈ, ਭਾਵ ਉਹਨਾਂ ਨੂੰ ਜਾਤੀ ਅਭਿਮਾਨ ਨਹੀਂ ਹੁੰਦਾ। ਆਸਾ ਘਰ ਪੰਜਵਾ ਮਹੱਲਾ ਪਹਿਲਾ। ਆਸਾ ਰਾਗ ਦੇ ਪੰਜਵੇਂ ਘਰ ਸੁਰਤਾਲ ਵਿੱਚ ਪਹਿਲੇ ਪਾਤਸ਼ਾਹ ਜੀ ਜਗਿਆਸੂ ਮੁਖ ਦੁਆਰਾ ਪਾਵਨ ਸ਼ਬਦ ਉਚਾਰਦੇ ਹੋਏ ਪਹਿਲਾ ਮੰਗਲ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਜੋ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਭੀਤਰ ਪੰਚ ਗੁਪਤ ਮਨ ਵਾਸੇ ਥਿਰ ਨ ਰਹਿ ਜੈਸੇ ਭਵਹਿ ਉਦਾਸੇ। ਹੇ ਸਤਿਗੁਰੂ ਜੀ, ਮਨ ਹਿਰਦੇ ਦੇ ਭੀਤਰ ਅੰਦਰ ਪੰਜ ਕਾਮ ਕ੍ਰੋਧ ਆਦਿਕ ਗੁਪਤ ਲੋਕ ਕੇ ਵਾਸੇ ਵਸ ਰਹੇ ਹਨ। ਇਹਨਾਂ ਦੀ ਸੰਗਤ ਕਰਕੇ ਸਾਡੇ ਜੀਵਾਂ ਦੇ ਮਨ ਇਸਤਤ ਨਹੀਂ ਰਹਿੰਦੇ। ਜਿਵੇਂ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਪਿੱਛੇ ਹਿਰਨ ਦੌੜਦੇ ਫਿਰਦੇ ਹਨ, ਉਵੇਂ ਹੀ ਜੀਵ ਮਾਇਕੀ ਪਦਾਰਥਾਂ ਪਿੱਛੇ ਉਦਾਸੇ ਕੀਏ ਉਦਾਸੀਨ ਹੋ ਕਰਕੇ ਭਟਕਦੇ ਫਿਰਦੇ ਹਨ। ਮਨ ਮੇਰਾ ਦਇਆਲ ਸੇਤੀ ਥਿਰ ਨ ਰਹਿ। ਹੇ ਸਤਿਗੁਰੂ ਜੀ, ਸਾਡਾ ਮਨ ਹਿਰਦਾ ਦਇਆ ਦੇ ਘਰ ਪਰਮੇਸ਼ਰ ਦੇ ਸੇਤੀ ਨਾਲ ਇਸਤਤ ਨਹੀਂ ਰਹਿੰਦਾ। ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਦਕ ਲੱਗੈ ਰਹਾਉ। ਹੇ ਸਤਿਗੁਰੂ ਜੀ, ਮੈਂ ਪਦਾਰਥਾਂ ਦਾ ਲੋਭੀ ਲਾਲਚੀ, ਕਪਟੀ ਛਲੀਆ, ਪਾਪੀ ਮੰਦ ਕਰਮ ਵਾਲਾ ਹਾਂ। ਪਾਖੰਡੀ ਦਿਖਾਵੇ ਦਾ ਧਰਮੀ ਹਾਂ ਅਤੇ ਧਨ ਦੌਲਤ ਦੀ ਅਦਕ ਬਹੁਤ ਜ਼ਿਆਦਾ ਇੱਛਾ ਲੱਗੀ ਹੋਈ ਆ। ਰਹਾਉ
ਫੂਲ ਮਾਲਾ ਗਲ ਪਹਿਰੋਗੀ ਹਾਰੋ, ਮਿਲੈ ਗਾ ਪ੍ਰੀਤਮ ਤਬ ਕਰੋਗੀ ਸਿਗਾਰੋ। ਅੱਗੋਂ ਸਤਿਗੁਰੂ ਜੀ ਕਹਿੰਦੇ ਹਨ ਕਿ ਜੇਕਰ ਪ੍ਰਫੁੱਲਤ ਹੋ ਕੇ ਪਰਮੇਸ਼ਰ ਦਾ ਕੀਰਤਨ ਕਰਨ ਰੂਪ ਫੁੱਲਾਂ ਦੀ ਮਾਲਾ ਤੇ ਸ਼ੁਭ ਗੁਣਾ ਰੂਪੀ ਹਾਰ ਨੂੰ ਸਵਾਸਾਂ ਰੂਪੀ ਧਾਗੇ ਨਾਲ ਪਰੋ ਕੇ ਬੁੱਧੀ ਰੂਪੀ ਗਲ ਕੰਠ ਵਿੱਚ ਪਹਿਰੋਗੀ ਪਹਿਨਣਾ ਕਰੇਗੀ, ਜਦ ਅਜਿਹਾ ਸ਼ੁਭ ਗੁਣਾਂ ਦਾ ਸ਼ਿੰਗਾਰ ਕਰੋਗੀ ਕਹੀਏ ਕਰੇਗੀ, ਤਦ ਤੈਨੂੰ ਪ੍ਰੀਤਮ ਅਕਾਲ ਪੁਰਖ ਮਿਲ ਪਵੇਗਾ। ਪੰਚ ਸਖੀ ਹਮ ਏਕ ਪਧਾਰੋ, ਪੇੜ ਲੱਗੀ ਹੈ ਜੀਅੜਾ ਚਾਲਣ ਹਾਰੋ। ਪੰਜ ਗਿਆਨ ਇੰਦਰੀਆਂ ਰੂਪੀ ਸਹੇਲੀਆਂ ਹਨ ਅਤੇ ਤਮਾਮ ਜੀਵਾਂ ਦਾ ਇੱਕ ਜੀਵਾਤਮਾ ਰੂਪੀ ਪਧਾਰੋ ਪਤੀ ਹੈ। ਪਰੰਤੂ ਇਹ ਗੱਲ ਪੇੜ ਮੁੱਢ ਤੋਂ ਲੱਗੀ ਆ ਰਹੀ ਆ ਕਿ ਜੀਅੜਾ ਜੀਵਾਤਮਾ ਪਰਲੋਕ ਦੇ ਤਾਈਂ ਚਾਲਣ ਹਾਰੋ ਚਲੇ ਜਾਣ ਵਾਲਾ ਹੈ। ਪੰਚ ਸਖੀ ਮਿਲ ਰੁਦਨ ਕਰੇਹਾ। ਜਦੋਂ ਜੀਵਾਤਮਾ ਤੁਰ ਜਾਂਦਾ ਹੈ ਤਾਂ ਇਹ ਪੰਜੇ ਗਿਆਨ ਇੰਦਰੀਆਂ ਰੂਪੀ ਸਹੇਲੀਆਂ ਮਿਲ ਕਰਕੇ ਰੁਦਨ ਰੋਣਾ ਕਰਦੀਆਂ ਹਨ, ਭਾਵ ਨੇਤਰਾਂ ਤੋਂ ਜਲ ਨਿਕਲਦਾ ਹੈ, ਕੰਨ ਸੁੰਨ ਹੋ ਜਾਂਦੇ ਹਨ ਤੇ ਸੋਚਦੀਆਂ ਹਨ ਕਿ ਇਹ ਸਾਨੂੰ ਹੁਣ ਵਿਸ਼ੇ ਸੁੱਖ ਨਹੀਂ ਦੇ ਸਕੇਗਾ। ਪੰਚ ਸਖੀ ਮਾਤਾ ਪਿਤਾ ਪੁੱਤਰ ਧੀਆਂ ਇਸਤਰੀ ਭੈਣਾਂ ਆਦਿਕ ਸੰਬੰਧੀ ਮਿਲ ਕੇ ਰੋਂਦੇ ਹਨ। ਸਾਹੂ ਪਜੂਤਾ ਪ੍ਰਣਵੈ ਪ੍ਰਣਵਤ ਨਾਨਕ ਲੇਖਾ ਦੇਹਾ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਅਸੀਂ ਪ੍ਰਣਵਤ ਬੇਨਤੀ ਪੂਰਵਕ ਕਹਿੰਦੇ ਹਾਂ ਕਿ ਜੀਵ ਅੱਗੇ ਪ੍ਰਲੋਕ ਵਿੱਚ ਧਰਮ ਰਾਜੇ ਰੂਪੀ ਸ਼ਾਹੂਕਾਰ ਦਾ ਪਜੂਤਾ ਦਾ ਪਕੜਿਆ ਹੋਇਆ ਲੇਖਾ ਹਿਸਾਬ ਕਿਤਾਬ ਦਿੰਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਘਰ ਛੇਵਾਂ ਮਹੱਲਾ ਪਹਿਲਾ। ਇਸ ਦਾ ਉਥਾਨਕਾ ਇਸ ਤਰ੍ਹਾਂ ਹੈ। ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੁਲਤਾਨਪੁਰ ਵਿਖੇ ਹੱਟ ਚਲਾ ਰਹੇ ਸਨ, ਉਸ ਵੇਲੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੇਰੀ ਲੜਕੀ ਦੀ ਸ਼ਾਦੀ ਹੈ, ਆਪ ਕਿਰਪਾ ਕਰੋ। ਤਾਂ ਸਤਿਗੁਰੂ ਜੀ ਨੇ ਬਾਕੀ ਤਾਂ ਸਾਰਾ ਸੌਦਾ ਪਾ ਦਿੱਤਾ ਅਤੇ ਜੋ ਰਹਿ ਗਿਆ ਸੀ ਉਸ ਸੌਦੇ ਨੂੰ ਲਿਆਉਣ ਵਾਸਤੇ ਮਲਸੀਹਾਂ ਨਿਵਾਸੀ ਭਾਈ ਭਗੀਰਥ ਜੀ ਨੂੰ ਲਾਹੌਰ ਵੱਲ ਭੇਜਿਆ ਅਤੇ ਕਿਹਾ ਕਿ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਇਹ ਸੁਣ ਕੇ ਸਤ ਬਚਨ ਕਹਿ ਕੇ ਭਾਈ ਭਗੀਰਥ ਲਾਹੌਰ ਨੂੰ ਚੱਲ ਪਿਆ। ਉੱਥੇ ਪਹੁੰਚ ਕੇ ਇੱਕ ਮਨਸੁਖ ਨਾਮੇ ਸ਼ਾਹੂਕਾਰ ਦੀ ਦੁਕਾਨ 'ਤੇ ਜਾ ਕੇ ਬੈਠ ਗਿਆ ਅਤੇ ਸੌਦੇ ਵਾਲੀ ਪਰਚੀ ਦਿੱਤੀ। ਮਨਸੁਖ ਸ਼ਾਹੂਕਾਰ ਨੇ ਕਿਹਾ ਕਿ ਹੋਰ ਤਾਂ ਸਾਰਾ ਸੌਦਾ ਮਿਲ ਗਿਆ ਹੈ, ਪਰੰਤੂ ਚੂੜਾ ਕਢਾਉਂਦਿਆਂ 2 ਰਾਤਾਂ ਰਹਿਣਾ ਪਵੇਗਾ। ਭਾਈ ਭਗੀਰਥ ਜੀ ਨੇ ਕਿਹਾ ਕਿ ਜੇਕਰ ਮੈਂ ਇੱਕ ਰਾਤ ਤੋਂ ਵੱਧ ਰਿਹਾ ਤਾਂ ਮੇਰਾ ਸਾਰਾ ਜਨਮ ਨਿਸਫਲ ਹੀ ਚਲਿਆ ਜਾਵੇਗਾ। ਮਨਸੁਖ ਸ਼ਾਹੂਕਾਰ ਨੇ ਹੈਰਾਨ ਹੋ ਕੇ ਪੁੱਛਿਆ ਕਿ ਜੇਕਰ ਕਿਸੇ ਰਾਜੇ ਨੇ ਵੀ ਕੋਈ ਆਦਮੀ ਜਲਦੀ ਨਾਲ ਭੇਜਿਆ ਹੋਵੇ ਤਾਂ ਉਹ ਵੀ ਇਹੋ ਜਿਹੇ ਬਚਨ ਨਹੀਂ ਕਰਦਾ ਕਿ ਮੇਰਾ ਜਨਮ ਨਿਸਫਲ ਚਲਿਆ ਜਾਊ। ਭਾਈ ਭਗੀਰਥ ਜੀ ਨੇ ਕਿਹਾ ਕਿ ਮੇਰੇ ਗੁਰੂ ਸਾਹਿਬ ਰਾਜਿਆਂ ਦੇ ਰਾਜੇ ਪੂਰਨ ਹਨ, ਉਹਨਾਂ ਦਾ ਹੁਕਮ ਹੈ ਕਿ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ, ਮੈਂ ਉਹਨਾਂ ਦਾ ਬਚਨ ਨਹੀਂ ਉਲਟਾ ਸਕਦਾ। ਇਹ ਸੁਣ ਕੇ ਮਨਸੁਖ ਸ਼ਾਹ ਨੇ ਕਿਹਾ ਕਿ ਕਲਯੁਗ ਦੇ ਭਿਆਨਕ ਸਮੇਂ ਵਿੱਚ ਪੂਰਾ ਕੌਣ ਹੋ ਸਕਦਾ ਹੈ। ਭਾਈ ਭਗੀਰਥ ਜੀ ਨੇ ਕਿਹਾ ਕਿ ਜੇਕਰ ਦਰਸ਼ਨ ਕਰੇਗਾ ਤਾਂ ਪਤਾ ਲੱਗ ਜਾਊਗਾ। ਫਿਰ ਮਨਸੁਖ ਨੇ ਕਿਹਾ ਕਿ ਮੇਰੇ ਘਰ ਵਿੱਚ ਇੱਕ ਚੂੜਾ ਹੈ, ਉਹ ਲੈ ਚੱਲਦੇ ਹਾਂ ਅਤੇ ਨਾਲ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾਵੀਂ। ਇਉਂ ਉਹ ਦੋਵੇਂ ਸੁਲਤਾਨਪੁਰ ਵੱਲ ਨੂੰ ਚੱਲ ਪਏ। ਰਸਤੇ ਵਿੱਚ ਮਨਸੁਖ ਸ਼ਾਹੂਕਾਰ ਨੇ ਸੰਕਲਪ ਕਰ ਲਿਆ ਕਿ ਜੇਕਰ ਗੁਰੂ ਜੀ ਪੂਰੇ ਹਨ ਤਾਂ ਉਹ ਮੇਰਾ ਨਾਮ ਲੈ ਕੇ ਬੁਲਾਉਣ। ਜਦੋਂ ਸੁਲਤਾਨਪੁਰ ਪਹੁੰਚੇ ਤਾਂ ਗੁਰੂ ਪਾਤਸ਼ਾਹ ਜੀ ਨੇ ਅੱਗੋਂ ਕਿਹਾ ਕਿ ਹੇ ਭਾਈ ਭਗੀਰਥ ਜੀ, ਤੁਸੀਂ ਬਹੁਤ ਚੰਗੀ ਰੀਤੀ ਵਿਚਾਰੀ ਹੈ ਜਿਸ ਨੂੰ ਤੁਸੀਂ ਨਾਲ ਲੈ ਕੇ ਆਏ ਹੋ। ਪਹਿਲਾਂ ਤਾਂ ਇਸ ਦੇ ਮਨ ਨੂੰ ਸੁੱਖ ਨਹੀਂ ਸੀ, ਇਹ ਕੱਚਾ ਨਾਮ ਸੀ, ਪਰੰਤੂ ਹੁਣ ਇਹ ਆਪਣੇ ਨਾਮ ਨੂੰ ਸਫਲਾ ਭਾਵ ਮਨ ਨੂੰ ਸੁਖੀ ਕਰਨਾ ਚਾਹੁੰਦਾ ਹੈ। ਇਹ ਬਚਨ ਸੁਣ ਕੇ ਸਤਿਗੁਰਾਂ ਦੇ ਚਰਨੀ ਢਹਿ ਪਿਆ ਅਤੇ ਉਪਦੇਸ਼ ਲੈ ਕੇ ਸਿੱਖ ਬਣ ਗਿਆ। ਫਿਰ ਆਪਣੀ ਪੂੰਜੀ ਚਲਾਉਣ ਵਾਸਤੇ ਸੰਗਲਾ ਦੀਪ ਦੇ ਟਾਪੂ ਵੱਲ ਨੂੰ ਤਿਆਰ ਹੋਇਆ। ਸ਼ਬਦਾਂ ਦਾ ਕੀਰਤਨ ਕਰਦਾ ਰਹਿੰਦਾ, ਕੜਾਹ ਪ੍ਰਸ਼ਾਦ ਕਰਕੇ ਫਿਰ ਆਪਣਾ ਵਪਾਰ ਕਰਦਾ। ਜਦੋਂ ਜਹਾਜ਼ ਲੈ ਕੇ ਸੰਗਲਾ ਦੀਪ 'ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਵਿਘਨ ਪੈ ਗਿਆ ਅਤੇ ਜਹਾਜ਼ ਸਮੁੰਦਰ ਵਿੱਚ ਡੋਲਣ ਲੱਗਾ। ਉਸ ਵਕਤ ਇਸ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਰੱਖਿਆ ਕਰੋ। ਤਾਂ ਸਤਿਗੁਰਾਂ ਨੇ ਆਪਣਾ ਮੋਢਾ ਲਾ ਕੇ ਜਹਾਜ਼ ਬੰਨੇ ਲਾਇਆ। ਮਨਸੁਖ ਸ਼ਾਹ ਦਾ ਜਹਾਜ਼ ਸਹੀ ਸਲਾਮਤ ਕਿਨਾਰੇ 'ਤੇ ਜਾ ਲੱਗਾ ਅਤੇ ਸੰਗਲਾ ਦੀਪ ਪਹੁੰਚ ਗਿਆ। ਉੱਥੋਂ ਦਾ ਰਾਜਾ ਠਾਕੁਰਾਂ ਦਾ ਪੂਜਕ ਸੀ।
ਉਸ ਦਿਨ ਰਾਜੇ ਅਤੇ ਸਾਰੀ ਪ੍ਰਜਾ ਨੇ ਅਸ਼ਟਮੀ ਦਾ ਵਰਤ ਰੱਖਿਆ ਹੋਇਆ ਸੀ। ਭਾਈ ਮਨਸੁਖ ਸ਼ਾਹ ਨੇ ਕੜਾਹ ਪ੍ਰਸ਼ਾਦ ਬਣਾ ਕੇ ਆਪਣਾ ਸੌਦਾ ਲਾ ਦਿੱਤਾ। ਇਹ ਵੇਖ ਕੇ ਲੋਕਾਂ ਨੇ ਰਾਜੇ ਪਾਸ ਸ਼ਿਕਾਇਤ ਕਰ ਦਿੱਤੀ ਕਿ ਇੱਕ ਬਾਣੀਆ ਆਇਆ ਹੋਇਆ, ਉਹ ਕੋਈ ਕਰਮ ਧਰਮ ਨਹੀਂ ਕਰਦਾ। ਅਸੀਂ ਉਸ ਨੂੰ ਇਸ਼ਨਾਨ ਕਰਦਿਆਂ ਵੀ ਵੇਖਿਆ ਹੈ। ਉਸ ਨੇ ਅੱਜ ਕੋਈ ਵਰਤ ਨਹੀਂ ਰੱਖਿਆ ਅਤੇ ਠਾਕੁਰਾਂ ਦੁਆਰੇ ਆਣ ਕੇ ਚਰਣਾ ਅੰਮ੍ਰਿਤ ਵੀ ਨਹੀਂ ਲਿਆ। ਰਾਜੇ ਨੇ ਮਨਸੁਖ ਸ਼ਾਹ ਨੂੰ ਆਪਣੇ ਪਾਸ ਬੁਲਾਇਆ ਅਤੇ ਤਾੜਨਾ ਕਰਕੇ ਪੁੱਛਿਆ ਕਿ ਤੂੰ ਹਿੰਦੂ ਹੋ ਕੇ ਧਰਮ ਵਿਰੁੱਧ ਕਿਉਂ ਚੱਲਦਾ ਹੈ? ਤਾਂ ਉਸਨੇ ਇਕਾਦਸ਼ੀਆਂ ਦੁਆਦਸ਼ੀਆਂ ਦੇ ਵਰਤ ਰੱਖਣ ਦੀ ਬਜਾਏ ਨਾਮ ਦੀਆਂ ਬਰਕਤਾਂ ਦੱਸੀਆਂ ਤੇ ਪੁਰਸ਼ ਲਈ ਇਸਤਰੀ ਵਰਤ ਧਰਮ ਅਤੇ ਇਸਤਰੀ ਲਈ ਪਤੀ ਵਰਤਾ ਧਰਮ ਅਤੇ ਸੱਚ ਬੋਲਣ ਰੂਪ ਤਪੱਸਿਆ ਆਦਿ ਦਾ ਵਰਣਨ ਕੀਤਾ। ਭਾਈ ਮਨਸੁਖ ਦੇ ਨਿਸ਼ਚੇ ਤੋਂ ਰਾਜਾ ਪ੍ਰਭਾਵਿਤ ਹੋਇਆ ਅਤੇ ਪੁੱਛਿਆ ਕਿ ਤੈਨੂੰ ਇਹ ਸਿੱਖਿਆ ਕਿਸ ਗੁਰੂ ਤੋਂ ਮਿਲੀ ਹੈ? ਉਸਨੇ ਕਿਹਾ ਕਿ ਮੈਨੂੰ ਪੂਰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਹਿਬ ਜੀ ਮਿਲੇ ਹਨ, ਜੋ ਨਿਰਗੁਣ ਪਰਮਾਤਮਾ ਤੋਂ ਸਰਗੁਣ ਸਰੂਪ ਵਿੱਚ ਪ੍ਰਗਟ ਹੋਏ ਆ। ਉਹਨਾਂ ਕੋਲੋਂ ਹੀ ਮੈਨੂੰ ਇਹ ਸਿੱਖਿਆ ਪ੍ਰਾਪਤ ਹੋਈ। ਭਾਈ ਮਨਸੁਖ ਤੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਰਾਜੇ ਨੂੰ ਵੀ ਸਤਿਗੁਰਾਂ ਦੇ ਦਰਸ਼ਨਾਂ ਦੀ ਪ੍ਰੀਤੀ ਲੱਗ ਗਈ ਤੇ ਬੇਨਤੀ ਕੀਤੀ ਕਿ ਮੈਨੂੰ ਗੁਰੂ ਜੀ ਦੇ ਦਰਸ਼ਨ ਕਿਵੇਂ ਹੋਣਗੇ? ਤਾਂ ਮਨਸੁਖ ਨੇ ਕਿਹਾ ਕਿ ਸਤਿਗੁਰੂ ਜੀ ਆਪ ਤੇਰੇ ਕੋਲ ਆ ਕੇ ਤੈਨੂੰ ਦਰਸ਼ਨ ਦੇਣਗੇ। ਇਉਂ ਮਨਸੁਖ ਸ਼ਾਹ ਵਾਪਸ ਆ ਗਿਆ। ਉਸ ਵੇਲੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਰਾਜਾ ਸ਼ਿਵਨਾਭ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ, ਤਾਂ ਪਖੰਡੀ ਲੋਕ ਆਪਣਾ ਨਾਮ ਨਾਨਕ ਰੱਖ ਕੇ ਰਾਜੇ ਕੋਲ ਆ ਜਾਇਆ ਕਰਨ। ਪਰੰਤੂ ਜਦੋਂ ਰਾਜਾ ਸ਼ਰਧਾ ਨਾਲ ਉਹਨਾਂ ਕੋਲ ਜਾਂਦਾ ਤਾਂ ਉਹਨਾਂ ਦਾ ਜੀਵਨ ਚੰਗਾ ਨਾ ਦੇਖ ਕੇ ਅਤੇ ਆਪਣੇ ਮਨ ਨੂੰ ਆਨੰਦ ਨਾ ਹੋਇਆ ਦੇਖ ਕੇ ਨਿਰਾਸ਼ ਹੋ ਕੇ ਮੁੜ ਆਉਂਦਾ। ਫਿਰ ਰਾਜੇ ਨੇ ਸ਼ਰਤ ਰੱਖ ਦਿੱਤੀ ਕਿ ਜੇਕਰ ਕੋਈ ਵੀ ਸਾਧੂ ਆਪਣਾ ਨਾਮ ਨਾਨਕ ਰਖਾ ਕੇ ਆਵੇ ਤਾਂ ਉਸ ਦੀ ਪਰਖ ਲਈ ਮੋਹਣੀਆਂ ਇਸਤਰੀਆਂ ਭੇਜ ਦਿਆ ਕਰੇ। ਪਰੰਤੂ ਪਰਖ ਵਿੱਚ ਕੋਈ ਵੀ ਪੂਰਾ ਨਾ ਹੋਵੇ। ਅਖੀਰ ਰਾਜੇ ਸ਼ਿਵਨਾਭ ਦੀ ਸਤਿਗੁਰਾਂ ਦੇ ਚਰਨਾਂ ਨਾਲ ਬਹੁਤ ਪ੍ਰੀਤੀ ਵੱਧ ਗਈ। ਉੱਧਰ ਸਤਿਗੁਰੂ ਸਾਹਿਬ ਜੀ ਰਾਜੇ ਦੀ ਸ਼ਰਧਾ ਦੇਖ ਕੇ ਇਸ ਨੂੰ ਦਰਸ਼ਨ ਦੇਣ ਲਈ ਇਸ ਦੇ ਸੁੱਕੇ ਹੋਏ ਬਾਗ ਵਿੱਚ ਆ ਕੇ ਬੈਠ ਗਏ। ਉਹ ਸੁੱਕਾ ਹੋਇਆ ਬਾਗ ਸਤਿਗੁਰਾਂ ਦੇ ਪਵਿੱਤਰ ਚਰਨ ਪੈਣ ਨਾਲ ਹਰਾ ਹੋ ਗਿਆ। ਕਿਸੇ ਨੇ ਰਾਜੇ ਕੋਲ ਬਾਗ ਹਰੇ ਹੋਏ ਦੀ ਗੱਲ ਕਹੀ ਤਾਂ ਰਾਜੇ ਨੇ ਪ੍ਰੀਖਿਆ ਵਾਸਤੇ ਮੋਹਣੀਆਂ ਇਸਤਰੀਆਂ ਨੂੰ ਭੇਜਿਆ। ਉਹਨਾਂ ਨੇ ਆ ਕੇ ਬਹੁਤ ਹਾਵ ਭਾਵ ਦਿਖਾਏ, ਪਰੰਤੂ ਸਤਿਗੁਰੂ ਜੀ ਅਡੋਲ ਸਮਾਧੀ ਵਿੱਚ ਬੈਠੇ ਰਹੇ। ਫਿਰ ਉਹਨਾਂ ਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਜੈਸਾ ਕਿ ਗਾਛੋ ਪੁੱਤਰੀ ਰਾਜਕੁਆਰ, ਹੇ ਰਾਜਦਾਸੀਆਂ ਪੁੱਤਰੀਓ, ਤੁਸੀਂ ਇੱਥੋਂ ਚਲੀਆਂ ਜਾਵੋ। ਇਉਂ ਸਤਿਗੁਰਾਂ ਤੋਂ ਆਪਣੇ ਆਪ ਨੂੰ ਪੁੱਤਰੀ ਸ਼ਬਦ ਸੁਣ ਕੇ ਉਹ ਸ਼ਰਮਸ਼ਾਰ ਹੋ ਗਈਆਂ। ਗੁਰੂ ਜੀ ਨੇ ਕਿਹਾ ਕਿ ਤੁਸੀਂ ਕਿਸ ਵਾਸਤੇ ਆਈਆਂ ਹੋ? ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਦਮਨੀ ਜਾਤੀ ਦੀਆਂ ਹਾਂ। ਸਾਨੂੰ ਰਾਜੇ ਸ਼ਿਵਨਾਭ ਨੇ ਤੁਹਾਨੂੰ ਮੋਹਿਤ ਕਰਨ ਲਈ ਭੇਜਿਆ ਹੈ। ਤਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਬਖਸ਼ਦੇ ਹੋਏ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਦੱਸਦੇ ਹੋਏ ਪਹਿਲਾਂ ਮੰਗਲ ਕਰਦੇ ਹਨ। ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਆਸਾ ਰਾਗ ਦੇ 6ਵੇਂ ਘਰ ਸੁਰਤਾਲ ਵਿੱਚ ਪਹਿਲੇ ਪਾਤਸ਼ਾਹ ਜੀ ਉਚਾਰਦੇ ਹਨ, ਮਨ ਮੋਤੀ ਜੇ ਗਹਿਣਾ ਹੋਵੈ, ਪੌਣ ਹੋਵੈ ਸੂਤ ਧਾਰੀ। ਹੇ ਪਦਮਨੀਓ, ਮਨ ਹਿਰਦੇ ਨੂੰ ਮੋਤੀ ਚਮਤਕਾਰੀ ਰਤਨ ਵਾਂਗੂ ਵਿਰਾਗ ਦੇ ਸਹਿਤ ਉਜਲ ਕਰਕੇ ਜੇਕਰ ਗਹਿਣਾ ਭੂਸ਼ਣ ਕੀਤਾ ਹੋਵੇ, ਜੇਕਰ ਮਨ ਨੂੰ ਗੁਰਮਤਿ ਦੁਆਰਾ ਗਹਿਣਾ ਪਕੜਿਆ ਜਾਵੇ ਅਤੇ ਪੌਣ ਸਵਾਸ ਸਵਾਸ ਪਰਮੇਸ਼ਰ ਦਾ ਸਿਮਰਨ ਕਰਨ ਰੂਪ ਸੂਤ ਧਾਗਾ ਧਾਰਨ ਕੀਤਾ ਹੋਵੇ, ਖਿਮਾ ਸੀਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ। ਜਿਗਿਆਸੂ ਰੂਪੀ ਕਾਮਣ ਇਸਤਰੀ ਸੁੱਧ ਬੁੱਧ ਰੂਪੀ ਬ੍ਰਹਮਾਕਾਰ ਬਿਰਤੀ ਬਣਾਉਣ ਰੂਪ ਇਸਤਰੀ ਹੋ ਕੇ ਆਪਣੇ ਅੰਤਸ਼ਕਰਨ ਰੂਪੀ ਤਨ ਸਰੀਰ ਉੱਪਰ ਖਿਮਾ ਮੁਆਫ ਕਰਨ ਰੂਪ ਸ਼ਿੰਗਾਰ ਪਹਿਨਣਾ ਕਰੇ, ਤਾਂ ਫਿਰ ਲਾਲ ਪਿਆਰੇ ਪਰਮੇਸ਼ਰ ਦੇ ਪਿਆਰ ਵਾਲੀ ਹੋ ਕੇ ਉਸਦੇ ਆਨੰਦ ਨੂੰ ਰਾਵੈ ਮਾਨਣਾ ਕਰੇ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨ ਅਵਰੀ ਰਹਾਉ। ਹੇ ਲਾਲ ਪਿਆਰੇ ਪਰਮੇਸ਼ਰ, ਤੇਰੇ ਵਿੱਚ ਬਹੁਤ ਗੁਣ ਸਿਫਤਾਂ ਹੋਣ ਕਰਕੇ ਮੇਰੀ ਜਿਗਿਆਸੂ ਰੂਪੀ ਕਾਮਣ ਇਸਤਰੀ ਦੀ ਬਿਰਤੀ ਤੁਹਾਡੇ ਸਰੂਪ ਵਿੱਚ ਮੋਹਿਤ ਹੋ ਗਈ ਹੈ।
ਤੇਰੇ ਕੀਏ ਤੁਹਾਡੇ ਵਰਗੇ ਗੁਣ ਕਿਸੇ ਅਵਰੀ ਹੋਰ ਵਿੱਚ ਹੈ ਹੀ ਨਹੀਂ ਰਹਾਓ। ਹਰ ਹਰ ਹਾਰ ਕੰਠਲੇ ਪਹਿਰੈ ਦਾਮੋਦਰ ਦੰਤ ਲਈ। ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਉਚਾਰਨ ਰੂਪ ਹਾਰ ਗੁਰਾਂ ਪਾਸੋਂ ਲੈ ਕਰਕੇ ਹਿਰਦੇ ਰੂਪੀ ਕੰਠ ਗਲ ਵਿੱਚ ਪਹਿਨਣਾ ਕਰੇ। ਦਾਮੋਦਰ ਪਰਮੇਸ਼ਰ ਦਾ ਨਾਮ ਹੀ। ਦੰਤ ਕਹੀਏ ਦੰਦਾਂ ਦਾ ਮੰਜਣ, ਦਵੈਤ ਰੂਪੀ ਦੰਦਾਂ ਦੀ ਮੈਲ ਨੂੰ ਸਾਫ਼ ਕਰਨ ਵਾਲਾ ਨਾਮ ਹੀ ਲੈਣਾ ਕਰੇ। ਕਰ ਕਰ ਕਰਤਾ ਕੰਗਨ ਪਹਿਰੈ ਇਨ ਬਿਦ ਚਿਤ ਧਰੇਈ। ਜੋ ਕਰਤਾਰ ਉਚਾਰਨ ਕਰਨਾ ਹੈ, ਇਹ ਮਨ ਰੂਪੀ ਹੱਥ ਵਿੱਚ ਕੰਗਨ ਕੜਾ ਪਹਿਨਣਾ ਕਰੇ। ਇਸ ਬਿਧ ਤਰੀਕੇ ਨਾਲ ਚਿੱਤ ਮਨ ਨੂੰ ਪਰਮੇਸ਼ਰ ਵਿੱਚ ਸਥਿਤ ਕਰਕੇ ਧਰੇਈ ਕੀਏ ਰੱਖਣਾ ਕਰੇ। ਮਧਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪਟ ਲਈ। ਮਧ ਕੀਏ ਮਧੂ ਦੈਂਤ ਨੂੰ ਸੂਦਨ ਕੱਟਣ ਵਾਲੇ ਪਰਮੇਸ਼ਰ ਦਾ ਹੀ ਨਾਮ ਉਚਾਰਨ ਰੂਪ ਕਰ ਹੱਥ ਦੀ ਉਂਗਲੀ ਵਿੱਚ ਮੁੰਦਰੀ ਛਾਪ ਪਹਿਨਣਾ ਕਰੇ। ਪਰਮੇਸ਼ਰ ਵਾਹਿਗੁਰੂ ਉਚਾਰਨ ਰੂਪ ਰੇਸ਼ਮੀ ਪਟ ਬਸਤਰ ਲੈਣਾ ਕਰੇ। ਧੀਰਜ ਧੜੀ ਬੰਧਾਵੈ ਕਾਮਣ ਸਿਰੀ ਰੰਗ ਸੁਰਮਾ ਦੇਈ। ਚਿੱਤ ਦਾ ਟਿਕਾਓ ਕਰਨ ਰੂਪ ਭਾਵ ਜਿੱਥੇ ਇਕਾਂਤ ਦੇਸ਼ ਵਿੱਚ ਵਿਸ਼ੇ ਪ੍ਰਾਪਤ ਹੋਣ ਉੱਥੇ ਵੀ ਮਨ ਡੋਲਣ ਨਾ ਦੇਣਾ। ਇਹ ਜਗਿਆਸੂ ਰੂਪੀ ਕਾਮਣ ਇਸਤਰੀ ਕੇਸਾਂ ਦੀ ਚੀਰਨੀ ਅੰਦਰ ਸੰਧੂਰ ਦੀ ਰੇਖਾ ਬਣਾਉਣੀ ਕਰੇ ਅਤੇ ਸ੍ਰੀ ਸੋਭਾ ਦੇ ਮਾਲਕ ਰੰਗ ਆਨੰਦ ਸਰੂਪ ਪਰਮੇਸ਼ਰ ਦਾ ਨਾਮ ਹੀ ਮਨ ਬੁੱਧ ਰੂਪੀ ਨੇਤਰਾਂ ਵਿੱਚ ਸੁਰਮਾ ਦੇਣਾ ਕਰੇ। ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇਈ। ਜੇਕਰ ਮਨ ਅੰਤਸ਼ਕਰਣ ਨੂੰ ਹੀ ਮੰਦਰ ਮਹਿਲ ਬਣਾਉਣਾ ਕਰੇ ਅਤੇ ਇਸ ਦੇ ਅੰਦਰ ਗੁਰੂ ਜੀ ਦਾ ਸ਼ਬਦ ਰੂਪੀ ਦੀਪਕ ਦੀਵਾ ਜਾਲੇ ਜਗਾਉਣਾ ਕਰੇ, ਫਿਰ ਬੁੱਧੀ ਰੂਪੀ ਕਾਇਆ ਦੇਹ ਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸੇਜ ਕੀਏ ਸੇਜਾ ਬਣਾਉਣਾ ਕਰੇ। ਗਿਆਨ ਰਾਉ ਜਬ ਸੇਜੈ ਆਵੈ ਤਾ ਨਾਨਕ ਭੋਗ ਕਰੇਈ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਜਦੋਂ ਅਪਰੋਖ ਗਿਆਨ ਰੂਪੀ ਰਾਜਾ ਅੰਤਸ਼ਕਰਨ ਰੂਪੀ ਸੇਜਾ ਉੱਪਰ ਆ ਕੇ ਸਾਖਿਆਤ ਹੋਵੇਗਾ, ਤਦੋਂ ਜਗਿਆਸੂ ਰੂਪ ਇਸਤਰੀ ਉਸ ਪਰਮੇਸ਼ਰ ਵਿੱਚ ਅਭੇਦ ਨਿਸ਼ਚੇ ਹੋਣ ਰੂਪ ਭੋਗ ਆਨੰਦ ਨੂੰ ਮਾਨਣਾ ਕਰਦੀ ਹੈ। ਇਉਂ ਸਤਿਗੁਰਾਂ ਨੇ ਉਹਨਾਂ ਪਦਮਣੀਆਂ ਨੂੰ ਉਪਦੇਸ਼ ਬਖਸ਼ਿਆ ਕਿ ਜੇਕਰ ਇਹੋ ਜਿਹੇ ਗੁਣਾਂ ਦੇ ਸਹਿਤ ਹੋਈਏ ਤਾਂ ਪਰਮੇਸ਼ਰ ਪਤੀ ਅੰਗੀਕਾਰ ਕਰਦਾ ਹੈ। ਇਹ ਉਪਦੇਸ਼ ਸੁਣ ਕੇ ਪਦਮਨੀਆਂ ਦੀ ਵਾਸ਼ਨਾ ਖਤਮ ਹੋ ਗਈ ਤੇ ਮਨ ਵਿੱਚ ਸ਼ਾਂਤੀ ਆ ਗਈ ਤੇ ਰਾਜੇ ਸ਼ਿਵਨਾਭ ਦੇ ਪਾਸ ਜਾ ਕੇ ਦੱਸਿਆ ਕਿ ਸਾਨੂੰ ਤਾਂ ਦੁਨੀਆ ਦੇ ਵਿਸ਼ੇ ਵਿਸ਼ਟਾ ਦੀ ਨਿਆਈ ਪ੍ਰਤੀਤ ਹੋਣ ਲੱਗ ਗਏ ਹਨ। ਸਾਡੇ ਅੰਦਰੋਂ ਗੁਰੂ ਜੀ ਨੇ ਕਾਮ ਦ੍ਰਿਸ਼ਟੀ ਨਿਵਰਤ ਕਰ ਦਿੱਤੀ ਹੈ। ਇਹ ਸੁਣ ਕੇ ਰਾਜਾ ਸਤਿਗੁਰਾਂ ਦੇ ਚਰਨੀ ਪਿਆ ਅਤੇ ਸਿੱਖ ਬਣਿਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।